सो उन्नी को डरावनी स्थिति साडी पंजाब दी तां नहीं है कि कितनी डिमांड रोज़ दी किहड़े-किहड़े ਜ਼ਿਲ੍ਹਿਆਂ ਤੋਂ ज़्यादा आ रही है? जो ਸਾਡੇ ਕੋਲ ਡਿਮਾਂਡ ਆਉਂਦੀ ਆ ਪੂਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਉਹਨੂੰ ਬਿਲਕੁਲ ਸਫਲਤਾਪੂਰਵਕ ਮੈਨੇਜ ਕਰ ਰਹੇ ਹਾਂ ਜੀ। ਜਿੰਨੇ ਵੀ ਕਿਸੇ ਵੀ ਜ਼ਿਲ੍ਹੇ ਦੀ ਜਿੰਨੀ ਵੀ ਡਿਮਾਂਡ ਆਉਂਦੀ ਹੈ ਅਸੀਂ ਰੋਜ਼ ਉਹਨਾਂ ਨੂੰ ਸਿਲੰਡਰ ਵੱਧ ਤੋਂ ਵੱਧ ਭੇਜ ਰਹੇ ਹਾਂ। ਅੰਮ੍ਰਿਤਸਰ ਨੂੰ ਅਸੀਂ ਰੋਜ਼ 400 ਸਿਲੰਡਰ ਭੇਜ ਰਹੇ ਹਾਂ, ਪਟਿਆਲਾ ਨੂੰ ਵੀ ਅਸੀਂ ਰੋਜ਼ 400 ਸਿਲੰਡਰ ਦੇ ਕਰੀਬ ਭੇਜ ਰਹੇ ਹਾਂ, ਬਠਿੰਡੇ ਨੂੰ ਅਸੀਂ ਅੱਜ ਤੋਂ 200 ਸਿਲੰਡਰ ਭੇਜ ਰਹੇ ਸੀਗੇ ਤੇ ਹੋਰਨਾਂ ਡਿਸਟ੍ਰਿਕਟਸ ਨੂੰ ਅਸੀਂ 100 ਸਿਲੰਡਰ ਜਾਂ ਬਰਨਾਲਾ ਨੂੰ ਅਸੀਂ ਕੱਲ ਤੋਂ 200 ਸਿਲੰਡਰ ਰੋਜ਼ ਭੇਜ ਰਹੇ ਹਾਂ। ਹੁਣ ਅਸੀਂ ਉੱਥੋਂ 30 ਮਈ ਤੱਕ ਸਾਡੀ ਡਿਲੀਵਰੀ ਹੋਣੀ ਹੈ। ਇੱਕ ਇਟਲੀ ਤੋਂ ਅਸੀਂ ਕੰਪਰੈਸਰ ਮੰਗਾਇਆ ਜਿਹਦੀ ਕੀ ਕੀਮਤ ਨੀਅਰ ਅਬਾਊਟ 1 ਕਰੋੜ ਦੀ ਕੀਮਤ ਆ, 80 ਲੱਖ ਤੋਂ 1 ਕਰੋੜ ਦੇ ਵਿੱਚ ਉਹਦੀ ਕੀਮਤ ਆ ਤੇ ਉਹ ਕੰਪਰੈਸਰ ਇੱਥੇ ਅਸੀਂ ਲਗਾਇਆ ਜਾਏਗਾ ਸਰਕਾਰ ਦੁਆਰਾ ਤੇ ਉਹਦੇ ਦੁਆਰਾ ਅਸੀਂ 1400 ਸਿਲੰਡਰ ਹੋਰ ਲੈ ਕੇ ਆ ਸਕਦੇ ਹਾਂ। ਲੋਕਾਂ ਦੇ ਮਨ ਵਿੱਚ ਵੀ ਜ਼ਹਿਨ 'ਚ ਬਹੁਤ ਵੱਡਾ ਸਵਾਲ ਹੈ ਕਿ ਇਹ ਅਗਰ ਕਿਸ ਤਰੀਕੇ ਨਾਲ ਜੋ ਇੰਡਸਟਰੀਅਲ ਆਕਸੀਜਨ ਹੁੰਦੀ ਹੈ ਉਸ ਨੂੰ ਐਜ਼ ਅ ਮੈਡੀਕਲ ਆਕਸੀਜਨ ਕਿਵੇਂ ਵਰਤਿਆ ਜਾਂਦਾ ਹੈ? ਮੈਡਮ ਦੇਖਿਆ ਜਾਵੇ ਤਾਂ ਇਹ ਬੜਾ ਵਹਿਮ ਸੀਗਾ ਕਿ ਜਿਹੜਾ ਇੰਡਸਟਰੀਅਲ ਆਕਸੀਜਨ ਆ ਉਹਦੇ ਵਿੱਚ ਕੋਈ ਖਰਾਬੀ ਹੋਏਗੀ ਜਾਂ ਉਹਦੇ ਵਿੱਚ ਕੋਈ ਉਹਦੀ ਜਿਹੜੀ ਪਿਓਰਿਟੀ ਆ ਉਹ ਘੱਟ ਹੋਏਗੀ ਜੀ। ਬਟ ਐਕਚੁਅਲ ਫੈਕਟ ਕੀ ਆ ਕਿ ਜਿਹੜਾ ਇੰਡਸਟਰੀਅਲ ਆਕਸੀਜਨ ਆ ਉਹ 99% ਤੋਂ ਲੈ ਕੇ 99.5% ਤੱਕ ਪਿਓਰ ਹੁੰਦਾ ਬਟ ਜਿਹੜੀ ਆਕਸੀਜਨ ਮੈਡੀਕਲ ਆ ਅਸੀਂ ਜੋ ਯੂਜ਼ ਕਰਦੇ ਆ ਉਹਦੀ ਪਿਓਰਿਟੀ ਇੰਡਸਟਰੀਅਲ ਆਕਸੀਜਨ ਨਾਲੋਂ ਘੱਟ ਹੁੰਦੀ ਹੈ। ਲੋਕੀ ਸਟਾਕ ਕਰਨ ਲੱਗ ਗਏ, ਘਰਾਂ ਦੇ ਵੀ ਸੋਚਦੇ ਨੇ ਕਿ ਅਸੀਂ ਪਹਿਲਾਂ ਤੋਂ ਹੀ ਰੱਖ ਲਈਏ ਜਾਂ ਲੋਕੀ ਕੁਝ ਬਲੈਕ ਵੀ ਕਰਨ ਇਸ ਦੇ ਵਿੱਚ ਕਰਦੇ ਆ ਕਿ ਵੀ ਅਸੀਂ ਲੋਕਾਂ ਦਾ ਫਾਇਦਾ ਚੱਕ ਲਈਏ, ਬਲੈਕ ਕਰਨ ਲਾਉਂਦੇ ਨੇ ਆਕਸੀਜਨ। ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਕੁਝ ਦੇਖਿਆ ਜਾ ਰਿਹਾ ਕਿ ਲੋਕ ਜੋ ਹੈ ਸਟਾਕ ਨਾ ਕਰਨ ਘਰਾਂ ਵਿੱਚ, ਇਹਨਾਂ ਦੀ ਕਾਲਾਬਾਜ਼ਾਰੀ ਨਾ ਹੋਵੇ ਆਕਸੀਜਨ ਦੀ। 179 ਦਾ ਰੇਟ ਅਸੀਂ ਫਿਕਸ ਰੱਖਿਆ ਹੋਇਆ ਕਿ ਕੋਈ ਵੀ ਸਿਲੰਡਰ ਅਸੀਂ 179 ਰੁਪੀਸ ਤੋਂ ਵੱਧ ਨਹੀਂ ਦਵਾਂਗੇ ਕਿਸੇ ਵੀ ਡਿਸਟ੍ਰਿਕਟ ਨੂੰ ਜਾਂ ਕਿਸੇ ਵੀ ਬੰਦੇ ਨੂੰ। ਜੇ 179 ਤੋਂ ਵੱਧ ਕੋਈ ਵੀ ਬੰਦਾ ਚਾਰਜ ਕਰਦਾ ਤਾਂ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਤੇ ਬਿਲਕੁਲ ਕਲੀਅਰ ਇਨਸਟਰਕਸ਼ਨਸ ਨੇ ਸਾਡੇ ਸਾਰੇ ਪਲਾਂਟਸ ਨੂੰ ਕਿ 180 ਰੁਪਏ ਤੋਂ 1 ਰੁਪਈਆ ਜਾਂ 1 ਪੈਸਾ ਵੱਧ ਵੀ ਸਿਲੰਡਰ ਇੱਥੋਂ ਫਤਿਹਗੜ੍ਹ ਸਾਹਿਬ ਚੋਂ ਕਿਸੇ ਡਿਸਟ੍ਰਿਕਟ ਤੋਂ ਨਹੀਂ ਜਾਏਗਾ ਤਾਂ ਕਿ ਸਾਰਿਆਂ ਨੂੰ ਅਵੇਲੇਬਲ ਹੋ ਸਕੇ। ਅਗਰ ਕੋਈ ਕੰਪਲੇਂਟ ਕਰਨਾ ਚਾਹਵੇ ਤਾਂ ਉਸ ਦੇ ਲਈ ਵੀ ਕੀ ਕੋਈ ਨੰਬਰ ਜਾਰੀ ਕੀਤੇ ਗਏ ਹਨ? ਕਿਉਂਕਿ ਕਈ ਪੇਸ਼ੈਂਟਸ ਜਾਂ ਕਈ ਪਰਿਵਾਰ ਬਹੁਤ ਖੱਜਲ ਖੁਆਰ ਹੋ ਰਹੇ ਨੇ ਤਾਂ ਕਿਹੜੇ ਨੰਬਰ ਦੇ ਉੱਪਰ ਜੋ ਹੈ ਕੰਪਲੇਂਟ ਕਰ ਸਕਦੇ ਨੇ, ਉਹਨਾਂ ਉੱਪਰ ਕੀ ਕਾਰਵਾਈ ਹੋਏਗੀ ਤੁਹਾਡੇ ਮਹਿਕਮੇ ਵੱਲੋਂ ਕਿ ਅਗਰ ਕੋਈ ਕਾਲਾ ਬਾਜ਼ਾਰੀ ਕਰਦੇ ਫੜਿਆ ਜਾਂਦਾ ਹੈ? ਹੁਣ ਜੇ ਤੁਸੀਂ ਕੋਈ ਵੀ ਬੰਦਾ ਕਿਸੇ ਨੂੰ ਵੀ ਐਮਰਜੈਂਸੀ ਆਉਂਦੀ ਹੈ ਤੁਸੀਂ ਕੋਵਿਡ ਕੰਟਰੋਲ ਰੂਮ ਦੇ ਵਿੱਚ ਕਾਲ ਕਰੋ, ਤੁਹਾਨੂੰ ਨਾਲ ਦੀ ਨਾਲ ਕਾਲ ਜਿਹੜਾ ਉਹ ਇੱਕ ਪਾਰਟਿਕੂਲਰ ਡਿਸਟ੍ਰਿਕਟ ਦਾ ਨੋਡਲ ਆਫਿਸਰ ਆ, ਹਰ ਡਿਸਟ੍ਰਿਕਟ ਦੇ ਵਿੱਚ ਇੱਕ ਪਾਰਟਿਕੂਲਰ ਨੋਡਲ ਆਫਿਸਰ ਆਫ ਆਕਸੀਜਨ ਲਗਾਇਆ ਗਿਆ ਤੇ ਉਹ ਫਲਾਣੀ ਡਿਸਟ੍ਰਿਕਟ ਦੇ ਵਿੱਚ ਉਹ ਕਾਲ ਜਾਂਦੀ ਆ ਕਿ ਤੁਹਾਡੀ ਡਿਸਟ੍ਰਿਕਟ ਦੇ ਵਿੱਚ ਇਹ ਫਲਾਣੇ ਬੰਦੇ ਨੂੰ ਇੰਨੇ ਆਕਸੀਜਨ ਦੀ ਲੋੜ ਆ ਤਾਂ ਉਹਨੂੰ ਤੁਰੰਤ ਮੁਹੱਈਆ ਕਰਾਇਆ ਜਾਂਦਾ। ਜੀ ਜੀ ਜੀ। ਸੋ ਕੋਵਿਡ ਕੰਟਰੋਲ ਰੂਮ ਦਾ ਬੇਸਿਕਲੀ ਜਿਹੜਾ ਮੰਤਵ ਆ ਉਹ ਇਹੀ ਆ ਕਿ ਸਾਰੇ ਪੰਜਾਬ ਦੇ ਵਿੱਚ ਕਿਸੇ ਵੀ ਚਾਹੇ ਇੱਕ ਬੰਦੇ ਨੂੰ ਵੀ ਆਕਸੀਜਨ ਦੀ ਲੋੜ ਹੋਵੇ ਤਾਂ ਉਹਨੂੰ ਵੀ ਦਵਾਈ ਜਾਵੇ। ਕਿੰਨਾ ਸਟਾਕ ਆਲਰੇਡੀ ਤੁਹਾਡੇ ਕੋਲ ਹਮੇਸ਼ਾ ਪਿਆ ਹੁੰਦਾ ਤਾਂ ਕਿ ਕਿਸੇ ਵੀ ਜ਼ਿਲ੍ਹੇ ਵਿੱਚ ਐਮਰਜੈਂਸੀ ਸਿਚੁਏਸ਼ਨ ਹੋਵੇ ਤੇ ਤੁਸੀਂ ਭੇਜ ਸਕਦੇ ਹੋ? ਸਾਡੇ ਕੋਲ ਮੈਮ ਅਸੀਂ ਹਦਾਇਤਾਂ ਦੇ ਅਨੁਸਾਰ ਵੀ ਕੁਝ ਕੁ ਸਿਲੰਡਰ ਰੱਖੇ ਸੀਗੇ ਤੇ ਅਸੀਂ ਆਪਣੇ ਵੱਲੋਂ ਵੀ ਇੱਕ ਉਪਰਾਲਾ ਕੀਤਾ ਸੀ ਕਿ ਸਾਡੇ ਕੋਲ 600 ਤੋਂ 700 ਸਿਲੰਡਰ ਹਮੇਸ਼ਾ ਭਰਿਆ ਹੋਇਆ ਰਹੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਅਗਰ ਅਸੀਂ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਲਗਾਤਾਰ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਿਸ ਜੋ ਹੈ ਵੱਧ ਹੀ ਰਹੇ ਨੇ। ਅਸੀਂ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਜੋ ਹੈ 8500 ਤੋਂ ਉੱਪਰ ਪੋਜ਼ਿਟਿਵ ਕੇਸ ਆ ਚੁੱਕੇ ਨੇ ਜਦਕਿ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵੱਧ ਗਈ ਹੈ। 200 ਤੋਂ ਉੱਪਰ ਜੋ ਹੈ 24 ਘੰਟਿਆਂ ਦੇ ਵਿੱਚ ਮੌਤਾਂ ਵੀ ਹੋਈਆਂ ਹਨ ਪਰ ਨਾਲ ਦੇ ਨਾਲ ਜੋ ਰਿਕਵਰੀ ਰੇਟ ਵੀ ਸਹੀ ਚੱਲ ਰਿਹਾ ਹੈ। 7000 ਤੋਂ ਉੱਪਰ ਜੋ ਹੈ ਪੋਜ਼ਿਟਿਵ ਮਰੀਜ਼ ਉਹ ਰਿਕਵਰ ਵੀ ਹੋ ਗਏ ਹਨ, ਠੀਕ ਹੋ ਗਏ ਹਨ। ਪਰ ਸਭ ਤੋਂ ਜ਼ਿਆਦਾ ਜੋ ਚਿੰਤਾ ਬਣੀ ਹੋਈ ਹੈ ਲੋਕਾਂ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਦੇਖਿਆ ਗਿਆ ਕਿ ਆਕਸੀਜਨ ਦੀ ਕਮੀ ਕਰਕੇ ਬਹੁਤ ਹੀ ਜ਼ਿਆਦਾ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਤੇ ਉਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਵੀ ਕਿਤੇ ਨਾ ਕਿਤੇ ਡਰ ਦਾ ਮਾਹੌਲ ਜ਼ਰੂਰ ਬਣ ਗਿਆ ਹੈ ਕਿ ਇੱਥੇ ਇੰਨੇ ਜ਼ਿਆਦਾ ਕੇਸ ਆ ਰਹੇ ਨੇ ਤਾਂ ਕਿਤੇ ਆਕਸੀਜਨ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਤਾਂ ਨਹੀਂ ਕੋਈ ਪਰੇਸ਼ਾਨੀ ਆਏਗੀ। ਪੰਜਾਬ ਸਰਕਾਰ ਵੱਲੋਂ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਕਿ ਕਿਤੇ ਵੀ ਕਿਸੇ ਵੀ ਕਰੋਨਾ ਪੋਜ਼ਿਟਿਵ ਮਰੀਜ਼ ਨੂੰ ਜਾਂ ਉਹਨਾਂ ਦੇ ਘਰਦਿਆਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ, ਖਾਸ ਤੌਰ ਤੇ ਆਕਸੀਜਨ ਨੂੰ ਲੈ ਕੇ ਉਹਨਾਂ ਸਾਰੇ ਇੰਤਜ਼ਾਮਾਂ ਬਾਰੇ ਅੱਜ ਜੋ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਇਸ ਜਾਣਕਾਰੀ ਦੇ ਲਈ ਸਾਡੇ ਨਾਲ ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਮੌਜੂਦ ਹਨ ਜੀ ਜੋ ਪੰਜਾਬ ਦੇ ਵਿੱਚ ਆਕਸੀਜਨ ਮੋਨੀਟਰਿੰਗ ਕਮੇਟੀ ਹੈ ਉਸ ਦੇ ਜੋ ਚੇਅਰਮੈਨ ਨੇ ਰਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਅਸੀਂ ਜਾਣਦੇ ਹਾਂ ਮੌਜੂਦਾ ਸਥਿਤੀ ਪੰਜਾਬ ਦੇ ਵਿੱਚ ਕੇਸਿਸ ਲਗਾਤਾਰ ਵੱਧ ਰਹੇ ਨੇ ਪਰ ਰਿਕਵਰੀ ਰੇਟ ਵੀ ਚਲੋ ਸਹੀ ਚੱਲ ਰਿਹਾ ਫਿਲਹਾਲ ਆਪਾਂ ਅਸੀਂ ਮੰਨ ਸਕਦੇ ਹਾਂ ਬਟ ਆਕਸੀਜਨ ਨੂੰ ਲੈ ਕੇ ਕਿਤੇ ਚਿੰਤਾ ਬਹੁਤ ਜ਼ਿਆਦਾ ਬਣੀ ਹੋਈ ਹੈ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਇਹ ਜੋ ਕਮੇਟੀ ਬਣਾਈ ਗਈ ਹੈ ਆਕਸੀਜਨ ਮੋਨੀਟਰਿੰਗ ਕਮੇਟੀ ਇਹ ਕਿਸ ਤਰੀਕੇ ਨਾਲ ਕੀ ਦਿਸ਼ਾ ਨਿਰਦੇਸ਼ ਸਰਕਾਰ ਵੱਲੋਂ ਦਿੱਤੇ ਗਏ ਹਨ ਤੇ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ? ਮੈਮ ਇਹ ਸਾਡੀ ਕਮੇਟੀ ਬਣੀ ਸੀਗੀ 26 ਅਪ੍ਰੈਲ ਨੂੰ। ਅੱਛਾ ਜੀ।
ਤੇ ਉਸ ਦਿਨ ਸਾਡੀ 7 ਮੈਂਬਰੀ ਕਮੇਟੀ ਬਣੀ ਆਕਸੀਜਨ ਮੋਨੀਟਰਿੰਗ ਤੇ ਆਡਿਟਿੰਗ ਕਮੇਟੀ ਜੀ। ਬੇਸਿਕਲੀ ਉਹਦੇ ਵਿੱਚ ਅਸੀਂ ਕੀ ਕੀਤਾ ਕਿ ਅਸੀਂ ਫਤਿਹਗੜ੍ਹ ਸਾਹਿਬ ਦੇ ਜਿੰਨੇ ਵੀ ਪਲਾਂਟ ਸੀਗੇ, ਇੱਥੇ ਸਟੀਲ ਇੰਡਸਟਰੀ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਆਕਸੀਜਨ ਪਲਾਂਟ ਨੇ, ਕਿਉਂਕਿ ਸਟੀਲ ਇੰਡਸਟਰੀ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਤਾਂ ਜਿਹੜੇ ਸਾਡੇ ਪਲਾਂਟ ਸੀਗੇ ਇੱਥੇ, ਉਹ ਪਹਿਲਾਂ ਹਸਪੀਟਲ ਨੂੰ ਨਹੀਂ ਦਿੰਦੇ ਸੀਗੇ, ਉਹ ਹਮੇਸ਼ਾ ਇੰਡਸਟਰੀ ਨੂੰ ਦਿੰਦੇ ਸੀਗੇ। ਤਾਂ ਅਸੀਂ ਪੂਰੇ ਫਤਿਹਗੜ੍ਹ ਸਾਹਿਬ ਦੇ ਵਿੱਚ 6 ਪਲਾਂਟ ਮੈਪ ਕੀਤੇ ਜਿਹੜੇ ਕਿ ਆਕਸੀਜਨ ਪ੍ਰੋਵਾਈਡ ਕਰ ਸਕਦੇ ਨੇ ਪੂਰੇ ਪੰਜਾਬ ਨੂੰ, ਜਾਂ ਪਹਿਲਾਂ ਇੰਡਸਟਰੀ ਨੂੰ ਆਕਸੀਜਨ ਪ੍ਰੋਵਾਈਡ ਕਰਦੇ ਸੀਗੇ। ਸੋ ਉਹ 6 ਪਲਾਂਟਾਂ ਦਾ ਅਸੀਂ ਆਡਿਟ ਕੀਤਾ ਕਿ ਉਹਨਾਂ ਦੀ ਕਿੰਨੀ ਕੈਪੈਸਿਟੀ ਆ, ਉਹ ਕਿੰਨੀ ਮਾਤਰਾ ਦੇ ਵਿੱਚ ਸਾਨੂੰ ਸਿਲੰਡਰਸ ਪ੍ਰੋਵਾਈਡ ਕਰ ਸਕਦੇ ਨੇ, ਤੇ ਕਿੰਨੀ ਮਾਤਰਾ ਦੇ ਵਿੱਚ ਅਸੀਂ ਸਿਲੰਡਰਸ ਇਹ ਪੂਰੇ ਪੰਜਾਬ ਦੇ ਡਿਸਟ੍ਰਿਕਟਸ ਨੂੰ ਦੇ ਸਕਦੇ ਹਾਂ। ਜੀ। ਸੋ ਰਾਈਟ ਨਾਓ ਉਹ ਤੋਂ ਬਾਅਦ ਅਸੀਂ ਜਦੋਂ ਮੈਪ ਕੀਤੀ ਕੈਪੈਸਿਟੀ ਸਾਰੇ ਪਲਾਂਟਸ ਦੀ, ਤਾਂ ਸਾਨੂੰ ਪਤਾ ਲੱਗਿਆ ਕਿ ਸਾਡੇ ਕੋਲ ਰੋਜ਼ ਦੀ 32 ਮੈਟ੍ਰਿਕ ਟਨ, ਯਾਨੀ ਕਿ 3200 ਤੋਂ ਵੱਧ ਕੇ ਸਿਲੰਡਰ ਅਸੀਂ ਪੂਰੇ ਪੰਜਾਬ ਨੂੰ ਭੇਜ ਸਕਦੇ ਹਾਂ। ਤੇ ਰਾਈਟ ਨਾਓ ਅਸੀਂ ਹੁਣ ਸਾਰੀ ਦੀ ਸਾਰੀ 22 ਡਿਸਟ੍ਰਿਕਟਸ ਇਨਕਲੂਡਿੰਗ ਸਾਡਾ ਫਤਿਹਗੜ੍ਹ ਸਾਹਿਬ, ਸਾਰਿਆਂ ਨੂੰ ਅਸੀਂ ਸਿਲੰਡਰਸ ਭੇਜ ਰਹੇ ਹਾਂ ਰੋਜ਼। ਜੀ ਬਿਲਕੁਲ। ਤੇ ਇੱਥੇ ਵੀ ਜਾਣਨਾ ਚਾਹਾਂਗੇ ਕਿ ਕਿਸ ਤਰੀਕੇ ਨਾਲ ਇਹ ਚੀਜ਼ ਮੈਨੇਜ ਕੀਤੀ ਜਾ ਰਹੀ, ਕਿਉਂਕਿ ਕਿੰਨੀ ਕੁ ਜ਼ਿਆਦਾ ਡਿਮਾਂਡ ਦੇਖੀ ਜਾ ਰਹੀ ਹੈ, ਕਿਉਂਕਿ ਲੋਕਾਂ ਨੂੰ ਸ਼ਾਇਦ ਦਿੱਲੀ ਦੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਲੋਕ ਜ਼ਿਆਦਾ ਡਰ ਗਏ ਨੇ। ਸੋ ਉਨੀ ਕੁ ਡਰਾਵਨੀ ਸਥਿਤੀ ਸਾਡੀ ਪੰਜਾਬ ਦੀ ਤਾਂ ਨਹੀਂ ਹੈ ਕਿ ਕਿੰਨੀ ਡਿਮਾਂਡ ਰੋਜ਼ ਦੀ ਕਿਹੜੇ ਜ਼ਿਲ੍ਹਿਆਂ ਤੋਂ ਜ਼ਿਆਦਾ ਆ ਰਹੀ ਹੈ? ਮੈਮ ਫਿਲਹਾਲ ਹੀ ਸਾਡੇ ਕੋਲ ਕੋਈ ਪੈਨਿਕ ਸਿਚੁਏਸ਼ਨ ਨਹੀਂ ਹੈ ਜੀ। ਸੋ ਜੋ ਸਾਡੇ ਕੋਲ ਡਿਮਾਂਡ ਆਉਂਦੀ ਆ ਪੂਰੇ ਜ਼ਿਲ੍ਹਿਆਂ ਦੇ ਵਿੱਚੋਂ, ਅਸੀਂ ਉਹਨੂੰ ਬਿਲਕੁਲ ਸਫਲਤਾਪੂਰਵਕ ਮੈਨੇਜ ਕਰ ਰਹੇ ਹਾਂ ਜੀ। ਜਿੰਨੇ ਵੀ ਕਿਸੇ ਵੀ ਜ਼ਿਲ੍ਹੇ ਦੀ ਜਿੰਨੀ ਵੀ ਡਿਮਾਂਡ ਆਉਂਦੀ ਹੈ, ਅਸੀਂ ਰੋਜ਼ ਉਹਨਾਂ ਨੂੰ ਸਿਲੰਡਰ ਵੱਧ ਤੋਂ ਵੱਧ ਭੇਜ ਰਹੇ ਹਾਂ ਜੀ। ਸਭ ਤੋਂ ਵੱਧ ਡਿਮਾਂਡ ਬੇਸਿਕਲੀ ਰਾਈਟ ਨਾਓ ਹੈਗੀ ਆ ਅੰਮ੍ਰਿਤਸਰ ਤੇ ਪਟਿਆਲਾ ਦੀ। ਅੱਛਾ ਜੀ। ਅੰਮ੍ਰਿਤਸਰ ਨੂੰ ਅਸੀਂ ਰੋਜ਼ 400 ਸਿਲੰਡਰ ਭੇਜ ਰਹੇ ਹਾਂ, ਪਟਿਆਲਾ ਨੂੰ ਵੀ ਅਸੀਂ ਰੋਜ਼ 400 ਸਿਲੰਡਰ ਦੇ ਕਰੀਬ ਭੇਜ ਰਹੇ ਹਾਂ, ਬਠਿੰਡੇ ਨੂੰ ਅਸੀਂ ਅੱਜ ਤੋਂ 200 ਸਿਲੰਡਰ ਭੇਜ ਰਹੇ ਸੀਗੇ, ਤੇ ਹੋਰਨਾਂ ਡਿਸਟ੍ਰਿਕਟਸ ਨੂੰ ਅਸੀਂ 100 ਸਿਲੰਡਰ, ਜਾਂ ਬਰਨਾਲਾ ਨੂੰ ਅਸੀਂ ਕੱਲ ਤੋਂ 200 ਸਿਲੰਡਰ ਰੋਜ਼ ਭੇਜ ਰਹੇ ਹਾਂ। ਅੱਛਾ ਜੀ। ਸੋ ਜਦੋਂ ਕਦੇ ਕੀ ਐਮਰਜੈਂਸੀ ਕਾਲ ਆਉਂਦੀ ਆ, ਕਈ ਵਾਰ ਹੋਇਆ ਇੱਕ ਵਾਰ ਕਿ ਰਾਤ ਨੂੰ ਸਾਨੂੰ ਕਾਲ ਆ ਗਈ ਕਿ ਫਲਾਣੀ ਡਿਸਟ੍ਰਿਕਟਸ ਦੇ ਵਿੱਚ 7 ਘੰਟੇ ਜਾਂ 8 ਘੰਟੇ ਦਾ ਆਕਸੀਜਨ ਰਹਿ ਗਿਆ, ਤਾਂ ਉੱਥੋਂ ਅਸੀਂ ਕੀ ਕੀਤਾ, ਅਸੀਂ ਉਹਦੇ ਵਿੱਚ ਉਹਨੂੰ ਮੈਨੇਜ ਕਰਨ ਲਈ ਅਸੀਂ ਇੱਥੇ 600 ਸਿਲੰਡਰ ਭਰ ਕੇ ਰਿਜ਼ਰਵ ਰੱਖਿਆ ਹੋਇਆ ਐਮਰਜੈਂਸੀ। ਅੱਛਾ ਜੀ। ਸੋ ਦੈਟ ਉਹ ਐਮਰਜੈਂਸੀ ਰਿਜ਼ਰਵ ਨੂੰ ਨਾਲ ਦੀ ਨਾਲ ਅਸੀਂ ਟਰੱਕ 'ਚ ਭਰਦੇ ਹਾਂ ਤੇ ਨਾਲ ਦੀ ਨਾਲ ਉਸ ਡਿਸਟ੍ਰਿਕਟ ਨੂੰ ਭੇਜ ਦਿੰਦੇ ਹਾਂ, ਤਾਂ ਕਿ ਉੱਥੇ ਇੱਕਦਮ ਜੋ ਆਕਸੀਜਨ ਦੀ ਨੀਡ ਆਈ, ਤਾਂ ਕਿ ਉਹਨੂੰ ਪੂਰਤੀ ਉਹਦੀ ਹੋ ਸਕੇ। ਸੋ ਅਸੀਂ ਇੱਕ ਸਿਸਟਮ ਬਣਾਇਆ ਵਾ, ਅਸੀਂ ਸਾਰੀ ਡਿਸਟ੍ਰਿਕਟਸ ਤੋਂ ਡੇਲੀ ਡਿਮਾਂਡ ਲੈਂਦੇ ਹਾਂ ਕਿ ਤੁਹਾਡੀ ਡੇਲੀ ਦੇ ਜ਼ਿਲ੍ਹੇ ਦੀ ਡਿਮਾਂਡ ਕਿੰਨੀ ਹੈ, ਉਹਨੇ ਅਸੀਂ ਸਿਲੰਡਰ ਉਹਨੂੰ ਮੈਪ ਕਰਕੇ ਇੱਕ ਪਾਰਟਿਕੂਲਰ ਪਲਾਂਟ ਦੇ ਦਿੰਦੇ ਹਾਂ, ਤੇ ਉਹ ਹਰ ਰੋਜ਼ ਉਹ ਪਲਾਂਟ 'ਚ ਆਪਣਾ ਟਰੱਕ ਭੇਜ ਕੇ ਹਰ ਰੋਜ਼ ਉੱਥੋਂ ਆਕਸੀਜਨ ਲੈ ਕੇ ਜਾਂਦੇ ਨੇ। ਤੇ ਫਿਲਹਾਲ ਲਈ ਕੋਈ ਪੈਨਿਕ ਮੋਡ ਦੀ ਗੱਲ ਨਹੀਂ ਹੈ, ਸਾਨੂੰ ਲਿਕੁਇਡ ਆਕਸੀਜਨ ਵੀ ਆਉਣ ਲੱਗ ਗਿਆ ਬੋਕਾਰੋ ਤੋਂ। ਸੋ ਦਿੱਲੀ ਵਰਗੇ ਹਾਲਾਤਾਂ ਦੀ ਅਸੀਂ ਇੱਥੇ ਨਹੀਂ ਉਹਨੂੰ ਉਮੀਦ ਨਹੀਂ ਕਰ ਸਕਦੇ ਕਿ ਉਦਾਂ ਦੇ ਹੋਵੇ ਜੀ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਜੋ ਹੁਣ ਸਿਚੁਏਸ਼ਨ ਚੱਲ ਰਹੀ, ਜਿਵੇਂ ਤੁਸੀਂ ਕਿਹਾ ਕਿ ਬਹੁਤ ਵਧੀਆ ਇੰਤਜ਼ਾਮ ਵੀ ਕੀਤੇ ਹੋਏ ਨੇ, ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤਾਂ ਕੀ ਕੁਝ ਨਵੇਂ ਪਲਾਂਟ ਵੀ ਹੁਣ ਲਗਾਏ ਗਏ ਨੇ ਜਿੱਥੋਂ ਕਿ ਤਾਂ ਕਿ ਜੋ ਹੈ ਪ੍ਰੋਪਰ ਜੋ ਸਟਾਕ ਹੈ ਰੈਡੀ ਰਹੇ ਹਮੇਸ਼ਾ? ਕੁਝ ਇਸ ਤਰ੍ਹਾਂ ਦੇ ਵੀ ਪਲੈਨਿੰਗਸ ਨੇ ਕਿ ਨਵੇਂ ਪਲਾਂਟ ਕੁਝ ਲਗਾਏ ਜਾਣ? ਮੈਡਮ, ਜਿਹੜੀ ਸਾਡੀ ਆਕਸੀਜਨ ਆਡਿਟਿੰਗ ਤੇ ਮੋਨੀਟਰਿੰਗ ਕਮੇਟੀ, ਉਹ ਲਗਾਤਾਰ ਅਸੀਂ ਸਾਰੇ ਪਲਾਂਟਸ ਨੂੰ ਇੰਸਪੈਕਟ ਕਰ ਰਹੇ ਹਾਂ। ਪੂਰੀ ਮੰਡੀ ਗੋਬਿੰਦਗੜ੍ਹ ਦੀ ਅਸੀਂ ਇੰਡਸਟਰੀ ਨੂੰ ਇੰਸਪੈਕਟ ਕਰ ਰਹੇ ਹਾਂ ਕਿ ਇੱਥੇ ਜਿਹੜੇ ਕਿ ਪੁਰਾਣੇ ਪਲਾਂਟਸ ਨੇ, ਜਿਹੜੇ ਕਿ ਬੰਦ ਹੋ ਚੁੱਕੇ ਪਲਾਂਟਸ ਨੇ, ਮੰਨ ਲਓ ਕਿਸੇ ਦਾ ਬੈਂਕ ਵੱਲੋਂ ਲੋਨ ਨਹੀਂ ਹੋਇਆ ਸੀਗਾ ਤਾਂ ਉਹ ਬੰਦ ਹੋ ਗਿਆ, ਜਾਂ ਕਿਸੇ ਪਾਰਟਨਰਸ ਵਿੱਚ ਲੜਾਈ ਹੋ ਗਈ ਤਾਂ ਬੰਦ ਹੋ ਗਿਆ, ਜਾਂ ਕਿਸੇ ਟੈਕਨੀਕਲ ਕਾਰਨਾਂ ਕਰਕੇ ਉਹ ਪਲਾਂਟ ਬੰਦ ਹੋ ਗਿਆ। ਸੋ ਅਸੀਂ ਉਹਨੂੰ ਸਾਰੇ ਨੂੰ ਇੰਸਪੈਕਟ ਕੀਤਾ ਤੇ ਸਾਨੂੰ ਪਤਾ ਲੱਗਿਆ ਕਿ ਸਾਡੇ ਕੋਲ 2 ਪਲਾਂਟਸ ਹੋਰ ਮੈਨੇਜ ਹੋ ਸਕਦੇ ਨੇ। ਇੱਕ ਹੈ ਮਾਡਰਨ ਸਟੀਲ ਪਲਾਂਟ, ਉੱਥੇ ਸਾਡੇ ਕੋਲ ਬਹੁਤ ਮਾਤਰਾ ਦੇ ਵਿੱਚ ਆਕਸੀਜਨ ਬਣ ਸਕਦਾ। ਹੁਣ ਅਸੀਂ ਉੱਥੋਂ 30 ਮਈ ਤੱਕ ਸਾਡੀ ਡਿਲੀਵਰੀ ਹੋਣੀ ਆ। ਇੱਕ ਇਟਲੀ ਤੋਂ ਅਸੀਂ ਕੰਪਰੈਸਰ ਮੰਗਾਇਆ ਜਿਹਦੀ ਕੀ ਕੀਮਤ ਨੀਅਰ ਅਬਾਊਟ 1 ਕਰੋੜ ਦੀ ਕੀਮਤ ਆ, 80 ਲੱਖ ਤੋਂ 1 ਕਰੋੜ ਦੇ ਵਿੱਚ ਉਹਦੀ ਕੀਮਤ ਆ। ਤੇ ਉਹ ਕੰਪਰੈਸਰ ਇੱਥੇ ਅਸੀਂ ਲਗਾਇਆ ਜਾਏਗਾ ਸਰਕਾਰ ਦੁਆਰਾ, ਤੇ ਉਹਦੇ ਦੁਆਰਾ ਅਸੀਂ 1400 ਸਿਲੰਡਰ ਹੋਰ ਲੈ ਕੇ ਆ ਸਕਦੇ ਹਾਂ। ਅੱਛਾ ਜੀ। ਤੇ ਇੱਕ ਹੋਰ ਪਲਾਂਟ ਹੈ ਸਾਡਾ ਜਿਹਨੂੰ ਅਸੀਂ ਮੈਪ ਕੀਤਾ, ਜਿਹਦੇ ਵਿੱਚ ਅਸੀਂ 300 ਤੋਂ ਲੈ ਕੇ 400 ਸਿਲੰਡਰ ਦੇ ਵਿੱਚ ਹਰ ਰੋਜ਼ ਡੇਲੀ ਐਕਸਟਰਾ ਅਸੀਂ ਉਹਦੇ ਵਿੱਚੋਂ ਕੱਢ ਸਕਦੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਪ ਕਰਦੇ ਹਾਂ ਕਿ ਸਾਡੇ ਕੋਲ 1700 ਸਿਲੰਡਰ ਯਾਨੀ ਕਿ 17 ਮੈਟ੍ਰਿਕ ਟਨ ਹੋਰ ਆਕਸੀਜਨ ਵਧੇਰੇ ਆ ਜਾਏਗੀ ਸਾਡੇ ਜੀ। ਬਿਲਕੁਲ, ਜਿਵੇਂ ਕਿ ਆਪਾਂ ਗੱਲਬਾਤ ਵੀ ਕਰ ਰਹੇ ਹਾਂ, ਬਾਰ-ਬਾਰ ਜ਼ਿਕਰ ਹੁੰਦਾ ਹੈ ਕਿ ਜੋ ਇੰਡਸਟਰੀਅਲ ਆਕਸੀਜਨ ਹੈ ਉਸ ਨੂੰ ਵੀ ਜੋ ਹੈ ਮੈਡੀਕਲ ਆਕਸੀਜਨ ਦੇ ਤੌਰ ਤੇ ਵਰਤਿਆ ਜਾਂਦਾ। ਇਹਦੇ ਵਿੱਚ ਕੀ ਫਰਕ ਹੁੰਦਾ? ਮਤਲਬ ਲੋਕਾਂ ਦੇ ਮਨ ਵਿੱਚ ਵੀ ਜ਼ਹਿਨ 'ਚ ਬਹੁਤ ਵੱਡਾ ਸਵਾਲ ਹੈ ਕਿ ਇਹ ਅਗਰ ਕਿਸ ਤਰੀਕੇ ਨਾਲ ਜੋ ਇੰਡਸਟਰੀਅਲ ਆਕਸੀਜਨ ਹੁੰਦੀ ਹੈ ਉਸਨੂੰ ਐਜ਼ ਅ ਮੈਡੀਕਲ ਆਕਸੀਜਨ ਕਿਵੇਂ ਵਰਤਿਆ ਜਾਂਦਾ? ਮੈਡਮ, ਦੇਖਿਆ ਜਾਵੇ ਤਾਂ ਇਹ ਬੜਾ ਵਹਿਮ ਸੀਗਾ ਕਿ ਜਿਹੜਾ ਇੰਡਸਟਰੀਅਲ ਆਕਸੀਜਨ ਆ ਉਹਦੇ ਵਿੱਚ ਕੋਈ ਖਰਾਬੀ ਹੋਏਗੀ ਜਾਂ ਉਹਦੇ ਵਿੱਚ ਕੋਈ ਉਹਦੀ ਜਿਹੜੀ ਪਿਓਰਿਟੀ ਆ ਉਹ ਘੱਟ ਹੋਏਗੀ ਜੀ। ਬਟ ਐਕਚੁਅਲ 'ਚ ਫੈਕਟ ਕੀ ਆ ਕਿ ਜਿਹੜਾ ਇੰਡਸਟਰੀਅਲ ਆਕਸੀਜਨ ਆ ਉਹ 99% ਤੋਂ ਲੈ ਕੇ 99.5% ਤੱਕ ਪਿਓਰ ਹੁੰਦਾ। ਬਟ ਜਿਹੜੀ
ਆਕਸੀਜਨ ਮੈਡੀਕਲ ਆ ਅਸੀਂ ਜੋ ਯੂਜ਼ ਕਰਦੇ ਆ ਉਹਦੀ ਪਿਓਰਿਟੀ ਇੰਡਸਟਰੀਅਲ ਆਕਸੀਜਨ ਨਾਲੋਂ ਘੱਟ ਹੁੰਦੀ ਆ। ਜੀ ਜੀ ਜੀ। ਉਹਦੀ ਪਿਓਰਿਟੀ ਅਸੀਂ 93 ਤੋਂ 94% ਤੇ ਯੂਜ਼ ਕਰ ਸਕਦੇ ਆ। ਬਟ ਜੋ ਸਾਡੇ ਕੋਲ ਇੱਕ ਪ੍ਰੋਬਲਮ ਆ ਰਹੀ ਸੀਗੀ ਉਹ ਇਹ ਸੀਗੀ ਕਿ ਸਾਡੇ ਜਿਹੜੇ ਜ਼ਿਲ੍ਹੇ ਦੇ ਪਲਾਂਟ ਸੀਗੇ ਆਕਸੀਜਨ ਪਲਾਂਟਸ ਉਹ ਮੋਸਟਲੀ ਇੰਡਸਟਰੀ ਨੂੰ ਪ੍ਰੋਵਾਈਡ ਕਰਦੇ ਸੀ ਤੇ ਉਹਨਾਂ ਕੋਲ ਜਿਹੜੇ ਸਿਲੰਡਰ ਸੀਗੇ ਉਹ ਵੀ ਇੰਡਸਟਰੀਅਲ ਸੀਗੇ। ਓਕੇ। ਸੋ ਅਸੀਂ ਕੀ ਕੀਤਾ, ਗਵਰਨਮੈਂਟ ਆਫ ਇੰਡੀਆ ਦੀ ਕੁਝ ਗਾਈਡਲਾਈਨਸ ਨੇ ਜਿਹਦੇ ਵਿੱਚ ਇੰਡਸਟਰੀਅਲ ਸਿਲੰਡਰ ਨੂੰ ਕਿਵੇਂ ਅਸੀਂ ਮੈਡੀਕਲ ਸਿਲੰਡਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਸੋ ਅਸੀਂ ਆਪਣੇ ਮੋਸਟ ਆਫ ਦਾ ਸਿਲੰਡਰਸ ਜਿੰਨੇ ਸੀਗੇ ਇੱਥੇ ਇੰਡਸਟਰੀਅਲ ਸਿਲੰਡਰਸ ਉਹਨਾਂ ਨੂੰ ਕਨਵਰਟ ਕਰਾਇਆ, ਉਹਨਾਂ ਦੀ ਸਾਫ਼ ਸਫਾਈ ਕਰਾਈ, ਜੋ ਵੀ ਉਹਨਾਂ ਦੇ ਵਿੱਚ ਡਸਟ ਪਾਰਟੀਕਲ ਹੁੰਦੇ ਨੇ ਉਹ ਅਸੀਂ ਮੈਡੀਕਲ ਇੱਕ ਪੇਸ਼ੈਂਟ ਨੂੰ ਨਹੀਂ ਦੇ ਸਕਦੇ। ਜੀ ਜੀ ਬਿਲਕੁਲ। ਸੋ ਅਸੀਂ ਉਹਨੂੰ ਕਲੀਨ ਕਰਵਾ ਕੇ ਸਾਰੇ ਪਲਾਂਟਸ ਨੇ ਕਲੀਨ ਕੀਤਾ, ਆਪਣੇ ਉਹਨਾਂ ਨੇ ਆਪਣੇ ਸਿਲੰਡਰਸ ਨੂੰ ਕਲੀਨ ਕੀਤਾ। ਸੋ ਅੱਜ ਦੀ ਦਿਨ ਦੇ ਵਿੱਚ ਸਾਡੇ ਕੋਲ 1850 ਮੈਡੀਕਲ ਸਿਲੰਡਰ ਮੌਜੂਦ ਆ। ਅੱਛਾ ਜੀ। ਇਸ ਆਪਣੇ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਕਿ ਅਸੀਂ ਕਲੀਨ ਕਰਕੇ ਕਨਵਰਟ ਕਰਾ ਕੇ ਆਪਣੇ ਮੈਡੀਕਲ ਤੌਰ ਤੇ ਉਹਨੂੰ ਰੱਖਿਆ ਹੋਇਆ ਤੇ ਕਦੇ ਵੀ ਜੇ ਸਾਨੂੰ ਲੋੜ ਪੈਂਦੀ ਆ, ਖੁਦਾ ਨਾ ਖਾਸਤਾ ਜੇ ਸਾਨੂੰ ਕਦੇ ਐਮਰਜੈਂਸੀ ਲੋੜ ਪੈਂਦੀ ਉਹਨਾਂ ਸਿਲੰਡਰਸ ਦੀ, ਤਾਂ ਅਸੀਂ ਉਹਨੂੰ ਵੀ ਭੇਜ ਸਕਦੇ ਹਾਂ। ਬਿਕੋਜ਼ ਕਈ ਜ਼ਿਲ੍ਹੇ ਇਹੋ ਜਿਹੇ ਨੇ ਜਿਨ੍ਹਾਂ ਕੋਲ ਆਕਸੀਜਨ ਦੀ ਤਾਂ ਚਾਹੀਦੀ ਉਹਨਾਂ ਨੂੰ, ਬਟ ਉਹਨਾਂ ਕੋਲ ਮੈਡੀਕਲ ਸਿਲੰਡਰ ਅਵੇਲੇਬਲ ਨਹੀਂ ਹੈਗੇ। ਉਹ ਇਸ ਲਈ ਅਸੀਂ ਬਹੁਤ ਜ਼ਿਲ੍ਹਿਆਂ ਨੂੰ ਆਪਣੇ ਸਿਲੰਡਰ ਵੀ ਦਿੱਤੇ ਹੋਏ ਨੇ ਇਸ ਜ਼ਿਲ੍ਹੇ ਵਿੱਚੋਂ, ਜਿਵੇਂ ਕਿ ਮੋਗੇ ਨੂੰ ਦਿੱਤੇ, ਅਸੀਂ ਅੰਮ੍ਰਿਤਸਰ ਨੂੰ ਵੀ ਦਿੱਤੇ, ਪਟਿਆਲਾ ਨੂੰ ਵੀ ਇੱਥੋਂ ਸਿਲੰਡਰ ਦਿੱਤੇ, ਸੋ ਦੈਟ ਉਹ ਟੂ ਐਂਡ ਫਰੂ ਮੂਵਮੈਂਟ ਕਰ ਸਕਣ, ਉਹ ਰੀਫਿਲ ਹੋ ਕੇ ਇੱਥੋਂ ਜਾਣ ਤੇ ਰੀਫਿਲ ਹੋ ਕੇ ਵਾਪਸ ਆ ਜਾਣ, ਉਤੋਂ ਐਮਟੀ ਹੋ ਕੇ ਵਾਪਸ ਆ ਜਾਣ ਤੇ ਰੋਜ਼ ਦਾ ਚੱਕਰ ਲੱਗ ਗਿਆ। ਠੀਕ ਹੈ। ਇਸ ਤਰੀਕੇ ਸੋ ਬੇਸਿਕਲੀ ਜਿਹੜੀ ਆ ਸ਼ਾਰਟੇਜ ਸੀਗੀ ਅਸੀਂ ਮੈਡੀਕਲ ਸਿਲੰਡਰਸ ਦੀ ਉਹਨੂੰ ਇਦਾਂ ਉਹਦੀ ਪੂਰਤੀ ਕੀਤੀ, ਇੰਡਸਟਰੀਅਲ ਸਿਲੰਡਰ ਨੂੰ ਮੈਡੀਕਲ 'ਚ ਕਨਵਰਟ ਕਰ। ਜੀ ਬਿਲਕੁਲ। ਤੇ ਅਸੀਂ ਬਾਰ-ਬਾਰ ਇਹ ਜਾਣਕਾਰੀ ਆਪਣੇ ਸਾਰੇ ਦਰਸ਼ਕਾਂ ਨਾਲ ਇਸੇ ਲਈ ਸਾਂਝੇ ਕਰ ਰਹੇ ਹਾਂ ਕਿ ਤੁਸੀਂ ਕੋਈ ਪੈਨਿਕ ਕ੍ਰੀਏਟ ਨਾ ਕਰੋ, ਮਨ ਦੇ ਵਿੱਚ ਡਰ ਇਹੋ ਜਿਹਾ ਬਿਲਕੁਲ ਵੀ ਨਾ ਰੱਖੋ ਕਿ ਸ਼ਾਇਦ ਅਸੀਂ ਵੀ ਕਿਤੇ ਦਿੱਲੀ ਵਰਗੇ ਸਾਡੇ ਪੰਜਾਬ ਦੇ ਵਿੱਚ ਹਾਲਾਤ ਤਾਂ ਨਹੀਂ ਹੈ ਜਾਂ ਵੀ ਇਹੋ ਜਿਹੀ ਸਥਿਤੀ ਤਾਂ ਨਹੀਂ ਬਣ ਜਾਏਗੀ, ਕਿਉਂਕਿ ਅਸੀਂ ਦੇਖ ਰਹੇ ਹਾਂ ਨਾਰਮਲੀ ਕੀ ਹੈ ਲੋਕਾਂ ਦੀ ਮਨੋਦਸ਼ਾ ਹੈ, ਕਿਉਂਕਿ ਓਬਵੀਅਸ ਹੈ ਕਿ ਘਬਰਾ ਜਾਂਦੇ ਨੇ ਲੋਕ। ਤਾਂ ਕੀ ਹੈ ਕਿ ਲੋਕੀ ਸਟਾਕ ਕਰਨ ਲੱਗ ਗਏ ਘਰਾਂ ਦੇ ਵਿੱਚ, ਸੋਚਦੇ ਨੇ ਕਿ ਅਸੀਂ ਪਹਿਲਾਂ ਤੋਂ ਹੀ ਰੱਖ ਲਈਏ, ਜਾਂ ਲੋਕੀ ਕੁਝ ਬਲੈਕ ਵੀ ਕਰਨ ਇਸ ਦੇ ਵਿੱਚ ਕਰਦੇ ਆ ਕਿ ਵੀ ਅਸੀਂ ਲੋਕਾਂ ਦਾ ਫਾਇਦਾ ਚੱਕ ਲਈਏ, ਬਲੈਕ ਕਰਨ ਲੱਗ ਜਾਂਦੇ ਨੇ ਆਕਸੀਜਨ। ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਕੁਝ ਦੇਖਿਆ ਜਾ ਰਿਹਾ ਕਿ ਲੋਕ ਜੋ ਹੈ ਸਟਾਕ ਨਾ ਕਰਨ ਘਰਾਂ ਵਿੱਚ, ਇਹਨਾਂ ਦੀ ਕਾਲਾਬਾਜ਼ਾਰੀ ਨਾ ਹੋਵੇ ਆਕਸੀਜਨ ਦੀ। ਅਸੀਂ ਮੈਮ ਇਹਨੂੰ ਰੋਕਣ ਲਈ, ਕਾਲਾ ਬਾਜ਼ਾਰੀ ਨੂੰ ਰੋਕਣ ਲਈ ਬੇਸਿਕਲੀ ਕੀ ਹੋਇਆ, ਹੁਣ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਗਾਈਡਲਾਈਨਸ ਨੇ ਕਿ ਫਿਲਹਾਲ ਲਈ ਕੋਈ ਵੀ ਆਕਸੀਜਨ ਦਾ ਸਿਲੰਡਰ ਇੰਡਸਟਰੀ ਨੂੰ ਨਹੀਂ ਜਾਏਗਾ ਤਾਂ ਕਿ ਮੈਡੀਕਲ ਨੂੰ ਸ਼ਾਰਟੇਜ ਨਾ ਆਵੇ। ਸੋ ਇਹਨੂੰ ਅਸੀਂ ਸਟਾਪ ਕਰਨ ਲਈ, ਇਹਨੂੰ ਅਸੀਂ ਇਹਦੇ ਤੇ ਚੈੱਕ ਰੱਖਣ ਲਈ ਆਪਣੇ 54 ਬੰਦਿਆਂ ਦੀ ਟੀਮ ਲਗਾਤਾਰ ਅਸੀਂ ਸਾਡੇ 6 ਦੇ 6 ਪਲਾਂਟਸ ਤੇ 24 ਘੰਟੇ 7 ਦਿਨ ਰੋਜ਼ ਰਹਿੰਦੀ ਆ ਉੱਥੇ, ਤਾਂ ਕਿ ਤੇ ਹਰ ਇੱਕ ਸਿਲੰਡਰ ਜੋ ਵੀ ਪਲਾਂਟ ਤੋਂ ਬਾਹਰ ਜਾ ਰਿਹਾ ਉਹਦੇ ਤੇ ਪੂਰੀ ਨਿਗਰਾਨੀ ਰਹਿੰਦੀ ਹੈ ਕਿ ਇਹ ਸਿਰਫ ਮੈਡੀਕਲ ਯੂਜ਼ ਲਈ ਜਾਵੇ, ਉਹ ਤੋਂ ਬਿਨਾਂ ਕਿਸੇ ਲਈ ਵੀ ਨਾ ਜਾਵੇ। ਅਸੀਂ ਇੱਕ ਹੋਰ ਉਪਰਾਲਾ ਕੀਤਾ ਸੀ ਜਿਹਦੇ ਵਿੱਚ ਬਿਕੋਜ਼ ਸਾਨੂੰ ਦੇਖਿਆ ਜਾ ਰਿਹਾ ਸੀਗਾ ਕਿ ਕਈ ਜਿਹੜੇ ਪੇਸ਼ੈਂਟਸ ਨੇ ਉਹ ਘਰੇ ਹੀ ਆਕਸੀਜਨ ਸਿਲੰਡਰ ਲਾ ਕੇ ਉਹਨਾਂ ਦਾ ਇਲਾਜ ਹੋ ਰਿਹਾ, ਉਹ ਹਸਪੀਟਲਸ ਦੇ ਵਿੱਚ ਨਹੀਂ ਹੈਗੇ, ਸੋ ਉਹਨਾਂ ਨੂੰ ਸਿਲੰਡਰ ਅਵੇਲੇਬਿਲਿਟੀ ਨਹੀਂ ਹੋ ਰਹੀ ਸੀ। ਸੋ ਅਸੀਂ ਉਹਦੇ ਲਈ ਉਪਰਾਲਾ ਇਹ ਕੀਤਾ ਸੀ, ਅਸੀਂ ਅਖਬਾਰ ਵਿੱਚ ਕਢਾਇਆ ਕਿ ਜਿਹੜੇ ਬੰਦਿਆਂ ਨੂੰ ਲੋੜ ਹੈ ਉਹ ਆਪਣੀਆਂ ਰਿਪੋਰਟਸ ਐਸਐਮਓ ਸਾਹਿਬ ਨੂੰ ਦਿਖਾਉਣ, ਐਸਐਮਓ ਸਾਹਿਬ ਉਹਨੂੰ ਤਸਦੀਕ ਕਰਨ ਕਿ ਇਹ ਫਲਾਣੇ ਬੰਦੇ ਨੂੰ ਇੰਨੇ ਆਕਸੀਜਨ ਸਿਲੰਡਰਸ ਦੀ ਲੋੜ ਹੈ ਡੇਲੀ। ਸੋ ਅਸੀਂ ਆਪਣੇ ਪਲਾਂਟਸ ਦੇ ਵਿੱਚੋਂ ਜਿਹੜੇ ਇੰਡੀਵਿਜੂਅਲ ਬੰਦੇ ਵੀ ਨੇ, ਇੰਡੀਵਿਜੂਅਲ ਪੇਸ਼ੈਂਟਸ ਨੇ ਪੰਜਾਬ ਦੇ ਵਿੱਚੋਂ, ਅਸੀਂ ਉਹਨਾਂ ਨੂੰ ਵੀ ਸਿਲੰਡਰਸ ਆਪਣੇ ਮੁਹੱਈਆ ਕਰਾ ਚੁੱਕੇ ਹਾਂ। ਤੇ ਸਾਡਾ ਸੋਸ਼ਲ ਮੀਡੀਆ DPRO ਜਿਹੜਾ ਸਾਡਾ ਹੈਗਾ ਉਹਦੇ ਥਰੂ ਅਸੀਂ ਸਾਰੇ ਆਪਣੇ ਨੰਬਰ ਵੀ ਫਲੋਟ ਕੀਤੇ ਹੋਏ ਨੇ। ਮੈਨੂੰ ਰਾਤ ਦੇ 2-2 3-3 ਵਜੇ ਤੱਕ ਵੀ ਕਈ ਵਾਰ ਕਾਲਸ ਆਉਂਦੀ ਰਹਿੰਦੀਆਂ ਨੇ ਕਿ ਸਰ ਸਾਡਾ ਪੇਸ਼ੈਂਟ ਸੀਰੀਅਸ ਹੈ, ਸਾਨੂੰ ਸਿਲੰਡਰ ਦਿਵਾ ਦਿਓ ਜਾਂ ਸਮਥਿੰਗ ਲਾਈਕ ਦਿਸ। ਸੋ ਉਹਨਾਂ ਨੂੰ ਵੀ ਅਸੀਂ ਨਾਲ ਦੀ ਨਾਲ ਸਾਡੇ ਪਲਾਂਟਸ ਦੇ ਉੱਤੇ ਜਿਹੜੇ ਕਿ 24 ਘੰਟੇ ਚੱਲ ਰਹੇ ਨੇ, ਬੰਦ ਨਹੀਂ ਹੁੰਦੇ, ਉਹ 24 ਘੰਟੇ ਚੱਲਦੇ ਨੇ, ਤੇ ਉੱਥੇ ਸਾਡੇ 3 ਬੰਦੇ ਜਿਹੜੇ ਤੈਨਾਤ 24 ਘੰਟੇ ਰਹਿੰਦੇ ਨੇ ਅਲੱਗ-ਅਲੱਗ ਸ਼ਿਫਟਸ ਦੇ ਵਿੱਚ, ਤਾਂ ਉਹ ਇੰਡੀਵਿਜੂਅਲ ਪੇਸ਼ੈਂਟਸ ਨੂੰ ਵੀ ਕੇਟਰ ਕਰਦੇ ਨੇ। ਤੇ ਇਹ ਹਮੇਸ਼ਾ ਇਹ ਤੇ ਬਲੈਕ ਮਾਰਕੀਟਿੰਗ ਦੀ ਜਿੱਥੇ ਤੱਕ ਗੱਲ ਆ, ਅਸੀਂ ਜਿਹੜਾ ਸਰਕਾਰੀ ਰੇਟ ਆ 175 ਰੁਪਏ 179 ਹੈ ਐਕਚੁਅਲੀ, ਠੀਕ ਹੈ, 179 ਦਾ ਰੇਟ ਅਸੀਂ ਫਿਕਸ ਰੱਖਿਆ ਹੋਇਆ ਕਿ ਕੋਈ ਵੀ ਸਿਲੰਡਰ ਅਸੀਂ 179 ਰੁਪੀਸ ਤੋਂ ਵੱਧ ਨਹੀਂ ਦਵਾਂਗੇ ਕਿਸੇ ਵੀ ਡਿਸਟ੍ਰਿਕਟ ਨੂੰ ਜਾਂ ਕਿਸੇ ਵੀ ਬੰਦੇ ਨੂੰ। ਜੇ 179 ਤੋਂ ਵੱਧ ਕੋਈ ਵੀ ਬੰਦਾ ਚਾਰਜ ਕਰਦਾ ਤਾਂ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ। ਤੇ ਬਿਲਕੁਲ ਕਲੀਅਰ ਇੰਸਟਰਕਸ਼ਨਸ ਨੇ ਸਾਡੇ ਸਾਰੇ ਪਲਾਂਟਸ ਨੂੰ ਕਿ 180 ਰੁਪਏ ਤੋਂ 1 ਰੁਪਈਆ ਜਾਂ 1 ਪੈਸਾ ਵੱਧ ਵੀ ਸਿਲੰਡਰ ਇੱਥੋਂ ਫਤਿਹਗੜ੍ਹ ਸਾਹਿਬ ਜੋ ਕਿਸੇ ਡਿਸਟ੍ਰਿਕਟ ਤੋਂ ਨਹੀਂ ਜਾਏਗਾ, ਤਾਂ ਕਿ ਸਾਰਿਆਂ ਨੂੰ ਅਵੇਲੇਬਲ ਹੋ ਸਕੇ। ਜੀ ਬਿਲਕੁਲ, ਬਹੁਤ ਤੁਸੀਂ ਸਹੀ ਗੱਲ ਕੀਤੀ ਕਿ ਅਗਰ ਇਹ ਜਾਣਕਾਰੀ ਸਾਡੇ ਸਾਰੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ 180 ਰੁਪਏ ਯਾਨੀ 179 ਰੁਪੀਜ਼ ਦਾ ਜੋ ਸਿਲੰਡਰ ਹੈ, ਇਸ ਤੋਂ ਉੱਪਰ ਅਗਰ ਤੁਹਾਨੂੰ ਕੋਈ ਜ਼ਿਆਦਾ ਰੇਟ ਤੇ ਕਹਿੰਦਾ ਹੈ ਕਿ ਤੁਸੀਂ ਤੁਹਾਨੂੰ ਦੇਣੇ ਆ ਤੇ ਬਹੁਤ ਜ਼ਿਆਦਾ ਪੈਸੇ ਤੁਹਾਨੂੰ ਕਹਿੰਦਾ ਤਾਂ ਤੁਸੀਂ ਉਸਦੀ ਕੰਪਲੇਂਟ ਵੀ ਕਰ ਸਕਦੇ ਹੋ। ਇੱਕ ਪ੍ਰੋਸੀਜਰ ਦੇ ਨਾਲ ਜੋ ਘਰਾਂ ਦੇ ਵਿੱਚ ਪੇਸ਼ੈਂਟ ਹੈ, ਜੋ ਉਹਨਾਂ ਨੂੰ ਅਗਰ ਲੋੜ ਪੈਂਦੀ, ਇੱਕ ਪ੍ਰੋਸੀਜਰ ਦੇ ਨਾਲ ਉਹਨਾਂ ਨੂੰ ਵੀ ਜੋ ਹੈ ਜ਼ਰੂਰ ਮੁਹੱਈਆ ਕਰਵਾਏ ਜਾ ਰਹੇ ਨੇ ਆਕਸੀਜਨ, ਤਾਂ ਕਿ ਕਿਸੇ
ਵੀ ਪੇਸ਼ੈਂਟ ਨੂੰ ਕਿਤੇ ਵੀ ਕੋਈ ਦਿੱਕਤ ਨਾ ਆਵੇ, ਜਲਦੀ ਤੋਂ ਜਲਦੀ ਜੋ ਹੈ ਰਿਕਵਰ ਹੋ ਸਕੇ। ਤੇ ਅਗਰ ਜਿਵੇਂ ਤੁਸੀਂ ਕਿਹਾ ਕਿ ਅਗਰ ਅਸੀਂ ਇਹ ਗੱਲ ਕਰ ਰਹੇ ਕਿ ਰੇਟ ਅਗਰ ਜ਼ਿਆਦਾ ਹੁੰਦਾ ਤਾਂ ਅਗਰ ਕੋਈ ਕੰਪਲੇਂਟ ਕਰਨਾ ਚਾਹਵੇ ਤਾਂ ਉਸਦੇ ਲਈ ਵੀ ਕੀ ਕੋਈ ਨੰਬਰ ਜਾਰੀ ਕੀਤੇ ਗਏ ਹਨ? ਕਿਉਂਕਿ ਕਈ ਪੇਸ਼ੈਂਟਸ ਜਾਂ ਕਈ ਪਰਿਵਾਰ ਬਹੁਤ ਖੱਜਲ ਖੁਆਰ ਹੋ ਰਹੇ ਨੇ, ਤਾਂ ਕਿਹੜੇ ਨੰਬਰ ਦੇ ਉੱਪਰ ਜੋ ਹੈ ਕੰਪਲੇਂਟ ਕਰ ਸਕਦੇ ਨੇ, ਉਹਨਾਂ ਉੱਪਰ ਕੀ ਕਾਰਵਾਈ ਹੋਏਗੀ ਤੁਹਾਡੇ ਮਹਿਕਮੇ ਵੱਲੋਂ ਕਿ ਅਗਰ ਕੋਈ ਕਾਲਾ ਬਾਜ਼ਾਰੀ ਕਰਦੇ ਫੜਿਆ ਜਾਂਦਾ? ਮੈਡਮ ਸਾਡੇ ਪੰਜਾਬ ਲੈਵਲ ਦੇ ਉੱਤੇ ਇੱਕ ਕੋਵਿਡ ਕੰਟਰੋਲ ਰੂਮ ਬਣਾਇਆ ਗਿਆ ਜੀ, ਤੇ ਕੋਵਿਡ ਕੰਟਰੋਲ ਰੂਮ ਦਾ ਨੰਬਰ ਸਾਰੇ ਇੰਟਰਨੈਟ ਦੇ ਉੱਤੇ ਫਲੋਟ ਕੀਤਾ ਗਿਆ ਕਿ ਇਹ ਉਹਦਾ ਨੰਬਰ ਹੈ ਜੀ। ਹੁਣ ਜੇ ਤੁਸੀਂ ਕੋਈ ਵੀ ਬੰਦਾ ਕਿਸੇ ਨੂੰ ਵੀ ਐਮਰਜੈਂਸੀ ਆਉਂਦੀ ਹੈ, ਤੁਸੀਂ ਕੋਵਿਡ ਕੰਟਰੋਲ ਰੂਮ ਦੇ ਵਿੱਚ ਕਾਲ ਕਰੋ, ਤੁਹਾਨੂੰ ਨਾਲ ਦੀ ਨਾਲ ਕਾਲ ਜਿਹੜਾ ਉਹ ਇੱਕ ਪਾਰਟਿਕੂਲਰ ਡਿਸਟ੍ਰਿਕਟ ਦਾ ਨੋਡਲ ਆਫਿਸਰ ਆ, ਹਰ ਡਿਸਟ੍ਰਿਕਟ ਦੇ ਵਿੱਚ ਇੱਕ ਪਾਰਟਿਕੂਲਰ ਨੋਡਲ ਆਫਿਸਰ ਆਫ ਆਕਸੀਜਨ ਲਗਾਇਆ ਗਿਆ ਤੇ ਉਹ ਫਲਾਣੀ ਡਿਸਟ੍ਰਿਕਟ ਦੇ ਵਿੱਚ ਉਹ ਕਾਲ ਜਾਂਦੀ ਆ ਕਿ ਤੁਹਾਡੀ ਡਿਸਟ੍ਰਿਕਟ ਦੇ ਵਿੱਚ ਇਹ ਫਲਾਣੇ ਬੰਦੇ ਨੂੰ ਇੰਨੇ ਆਕਸੀਜਨ ਦੀ ਲੋੜ ਆ, ਤਾਂ ਉਹਨੂੰ ਤੁਰੰਤ ਮੁਹੱਈਆ ਕਰਾਇਆ ਜਾਂਦਾ ਵਾ। ਜੀ ਜੀ ਜੀ। ਸੋ ਕੋਵਿਡ ਕੰਟਰੋਲ ਰੂਮ ਦਾ ਬੇਸਿਕਲੀ ਜਿਹੜਾ ਮੰਤਵ ਆ ਉਹ ਇਹੀ ਆ ਕਿ ਸਾਰੇ ਪੰਜਾਬ ਦੇ ਵਿੱਚ ਕਿਸੇ ਵੀ ਚਾਹੇ ਇੱਕ ਬੰਦੇ ਨੂੰ ਵੀ ਆਕਸੀਜਨ ਦੀ ਲੋੜ ਹੋਵੇ ਤਾਂ ਉਹਨੂੰ ਵੀ ਦਵਾਈ ਜਾਵੇ। ਸਾਡਾ ਬੇਸਿਕਲੀ ਜੋ ਟੀਚਾ ਇਹ ਆ ਕਿ ਐਟਲੀਸਟ ਅਸੀਂ ਹੁਣ ਕਰੋਨਾ ਮਹਾਮਾਰੀ ਦੇ ਕਾਰਨ ਇੰਨੀਆਂ ਮੌਤਾਂ ਹੋ ਰਹੀਆਂ ਨੇ, ਪਰ ਸਾਡਾ ਟੀਚਾ ਇਹੀ ਹੈ ਕਿ ਐਟਲੀਸਟ ਘੱਟੋ ਘੱਟ ਕੋਈ ਵੀ ਆਕਸੀਜਨ ਦੀ ਕਮੀ ਨਾ ਆਵੇ। ਹਾਂ ਬਿਲਕੁਲ ਬਿਲਕੁਲ। ਸੋ ਸਾਰਿਆਂ ਕੋਲ ਆਕਸੀਜਨ ਮੁਹੱਈਆ ਕਰਾਈ ਜਾਵੇ, ਜੋ ਤਾਂ ਕਿ ਜੋ ਸਾਡਾ ਜੋ ਰੋਜ਼ ਇੱਕ ਮੌਤਾਂ ਦਾ ਨੰਬਰ ਵੱਧਦਾ ਜਾ ਰਿਹਾ ਵਾ, ਅਸੀਂ ਐਟਲੀਸਟ ਉਹਨੂੰ ਇੱਕ ਠੱਲ ਪਾ ਸਕੀਏ। ਬਿਲਕੁਲ। ਤੇ ਜਾਂਦੇ ਜਾਂਦੇ ਜ਼ਰੂਰ ਸਿਰਫ ਇੱਕ ਸਵਾਲ ਪੁੱਛਣਾ ਚਾਹੂੰਗੀ ਕਿ ਕਿੰਨਾ ਸਟਾਕ ਤੁਹਾਡੇ ਕੋਲ ਆਲਰੇਡੀ ਪਿਆ ਹੁੰਦਾ ਹੈ ਵੀ ਤਾਂ ਕਿ ਜਿੰਨੇ ਦਰਸ਼ਕ ਸਾਡਾ ਦੇਖ ਰਹੇ ਨੇ ਇੰਟਰਵਿਊ ਤੁਹਾਡੀ, ਤਾਂ ਇਹ ਜ਼ਰੂਰ ਜਾਣ ਸਕਣ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਬਾਰ-ਬਾਰ ਆਪਣੀ ਇਸ ਚੈਨਲ ਦੇ ਜ਼ਰੀਏ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਪੈਨਿਕ ਨਾ ਹੋਵੋ, ਘਬਰਾਓ ਨਾ, ਕਿਉਂਕਿ ਕੁਝ ਲੋਕ ਜੋ ਹੈ ਪੇਸ਼ੈਂਟ ਨੇ ਘਬਰਾ ਕੇ ਹੀ ਉਹਨਾਂ ਦੀ ਇਮਿਊਨਿਟੀ ਡਾਊਨ ਹੋ ਜਾਂਦੀ ਹੈ। ਸੋ ਉਹ ਰਿਸਕ ਫੈਕਟਰ ਤੇ ਤੁਸੀਂ ਨਾ ਪਹੁੰਚੋ। ਕਿੰਨਾ ਸਟਾਕ ਆਲਰੇਡੀ ਤੁਹਾਡੇ ਕੋਲ ਹਮੇਸ਼ਾ ਪਿਆ ਹੁੰਦਾ ਤਾਂ ਕਿ ਕਿਸੇ ਵੀ ਜ਼ਿਲ੍ਹੇ ਵਿੱਚ ਐਮਰਜੈਂਸੀ ਸਿਚੁਏਸ਼ਨ ਹੋਵੇ ਤੇ ਤੁਸੀਂ ਭੇਜ ਸਕਦੇ ਹੋ? ਸਾਡੇ ਕੋਲ ਮੈਮ ਅਸੀਂ ਹਦਾਇਤਾਂ ਦੇ ਅਨੁਸਾਰ ਵੀ ਕੁਝ ਕੁ ਸਿਲੰਡਰ ਰੱਖੇ ਸੀਗੇ ਤੇ ਅਸੀਂ ਆਪਣੇ ਵੱਲੋਂ ਵੀ ਇੱਕ ਉਪਰਾਲਾ ਕੀਤਾ ਸੀ ਕਿ ਸਾਡੇ ਕੋਲ 600 ਤੋਂ 700 ਸਿਲੰਡਰ ਹਮੇਸ਼ਾ ਭਰਿਆ ਹੋਇਆ ਰਹੇ। ਅਸੀਂ ਆਰਟੀਏ ਆਫਿਸ ਪਟਿਆਲਾ ਤੋਂ ਇੱਕ ਗੱਡੀ ਮੰਗਵਾ ਕੇ ਰੱਖੀ ਹੋਈ ਹੈ, 2 ਟਰੱਕ ਮੰਗਵਾ ਕੇ ਰੱਖੇ ਹੋਏ ਨੇ ਐਕਚੁਅਲ ਦੇ ਵਿੱਚ, ਤਾਂ ਕਿ ਉਹ ਟਰੱਕ ਸਾਡੇ ਮੰਡੀ ਗੋਬਿੰਦਗੜ੍ਹ ਖੜੇ ਨੇ ਪਲਾਂਟਸ ਦੇ ਕੋਲ, ਬਿਲਕੁਲ ਕੰਧ ਨਾਲ ਕੰਧ ਲੱਗਦੀ ਹੈ ਉਹ ਗਡਾਊਨਸ ਦੀ ਜਿੱਥੇ ਉਹ ਟਰੱਕ ਅਸੀਂ ਖੜਾਏ ਹੋਏ ਨੇ, ਸੋ ਦੈਟ ਮੰਨ ਲਓ ਕਿਤੇ ਵੀ ਜੇ ਐਮਰਜੈਂਸੀ ਪੈਂਦੀ ਆ ਉਹ ਟਰੱਕ ਬਸ ਇੱਕ ਗਡਾਊਨ ਚੋਂ ਨਾਲ ਦੀ ਨਾਲ ਦੂਜੇ ਪਲਾਂਟ ਦੇ ਵਿੱਚ ਪਹੁੰਚ ਜਾਂਦਾ, ਉੱਥੋਂ ਨਾਲ ਦੀ ਨਾਲ ਸਿਲੰਡਰ ਲੋਡ ਕੀਤੇ ਜਾਂਦੇ ਨੇ, ਸਾਰੀ ਲੇਬਰ ਉਸੇ ਟਾਈਮ ਸਾਰੀ ਅਸੀਂ ਉਹਦੇ ਲੋਡਿੰਗ ਦੇ ਉੱਤੇ ਲਗਾ ਦਿੰਦੇ ਆ ਤੇ ਨਾਲ ਦੀ ਨਾਲ ਅਸੀਂ ਉਹਨੂੰ ਉਸ ਪਾਰਟਿਕੂਲਰ ਡਿਸਟ੍ਰਿਕਟ ਦੇ ਵਿੱਚ ਭੇਜ ਦਿੰਦੇ ਆ, ਸੋ ਦੈਟ ਕਿ ਕਿਤੇ ਵੀ ਜ਼ਿਆਦਾ ਦੇਰੀ ਨਾ ਲੱਗੇ। ਫੋਰ ਐਗਜ਼ਾਮਪਲ ਜੇ ਸਾਨੂੰ ਅੰਮ੍ਰਿਤਸਰ ਤੋਂ ਐਮਰਜੈਂਸੀ ਆਉਂਦੀ ਹੈ, ਪਹਿਲਾਂ 4-5 ਘੰਟੇ ਆਉਣ ਨੂੰ ਲੱਗਣਗੇ ਗੱਡੀ, ਫਿਰ ਜਾਣ ਨੂੰ ਲੱਗਣਗੇ, ਉਸ ਟਾਈਮ ਪੀਰੀਅਡ ਨੂੰ ਅਸੀਂ ਸ਼ਾਰਟ ਕਰਨ ਲਈ ਇੱਥੋਂ ਹੀ ਗੱਡੀ ਮੈਨੇਜ ਕਰਕੇ ਇੱਥੋਂ ਹੀ ਸਿਲੰਡਰ ਭਰਾਏ ਨਾਲ ਦੀ ਨਾਲ ਅਸੀਂ ਐਮਰਜੈਂਸੀ ਤੇ ਭੇਜ ਰਹੇ ਹਾਂ। ਸੋ ਇਹੋ ਜਿਹੇ ਪਲਾਂਟ ਛੋਟੇ ਪਲਾਂਟ ਨੇ, ਬਟ ਜਿਵੇਂ ਕਿ ਮੁਕਤਸਰ ਦੇ ਵਿੱਚ ਵੀ ਹੈਗਾ ਇੱਕ ਪਲਾਂਟ ਜਿਹੜਾ ਕਿ 500-600 ਸਿਲੰਡਰ ਕੈਪੈਸਿਟੀ ਦਾ ਹੈਗਾ ਪਲਾਂਟ ਹੈ। ਆਪਣੇ ਲੁਧਿਆਣੇ ਦੇ ਵਿੱਚ ਵੀ ਵਰਧਮਨ ਪਲਾਂਟ ਹੈ ਜਿਹਦੀ ਕੈਪੈਸਿਟੀ 1000 ਤੋਂ ਉੱਪਰ ਹੈ। ਤਾਂ ਉਹ ਪਲਾਂਟਸ ਵੀ ਸਾਰੇ ਡਿਸਟ੍ਰਿਕਟਸ ਨੂੰ ਕਿਤੇ ਨਾ ਕਿਤੇ 2-4 ਡਿਸਟ੍ਰਿਕਟਸ ਨੂੰ ਉਹ ਕੇਟਰ ਕਰ ਰਹੇ ਨੇ ਆਪਣੇ, ਬਟ ਸਾਡੇ ਜਿਹੜੇ ਇੱਥੋਂ ਜ਼ਿਲ੍ਹੇ ਦੇ ਨੇ ਅਸੀਂ 22 ਦੀ 22 ਡਿਸਟ੍ਰਿਕਟਸ ਨੂੰ ਕੇਟਰ ਕਰ ਰਹੇ ਹਾਂ ਤੇ ਇੱਥੋਂ ਸਾਡੇ ਰੋਜ਼ ਦੇ 3200 ਸਿਲੰਡਰ ਹੁਣ ਜਾ ਰਹੇ ਨੇ ਤੇ ਫਿਊਚਰ ਦੇ ਵਿੱਚ ਅਸੀਂ ਸੋਚ ਰਹੇ ਹਾਂ ਕਿ ਇਹਨੂੰ ਇਹ ਵਧੂਗਾ, 23 ਮਈ ਤੋਂ ਬਾਅਦ ਡੈਫੀਨਿਟਲੀ ਵਧੇਗਾ। ਜੀ ਠੀਕ ਹੈ ਜੀ। ਤੇ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਰਿਆਂ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ, ਕਿਉਂਕਿ ਲੋਕ ਇਸ ਸਮੇਂ ਇਹੀ ਜਾਣਨਾ ਚਾਹੁੰਦੇ ਸੀ ਕਿ ਪੰਜਾਬ ਸਰਕਾਰ ਵੱਲੋਂ ਕਿੰਨੀ ਕੁ ਤਿਆਰੀ ਹੈ ਤੇ ਕਿਤੇ ਵੀ ਅਸੀਂ ਵੀ ਕਿਸੇ ਦਿੱਲੀ ਵਰਗੇ ਮਾਹੌਲ ਜਾਂ ਉਸ ਤਰ੍ਹਾਂ ਦੀ ਚਿੰਤਾ ਦਾ ਕਾਰਨ ਤਾਂ ਨਹੀਂ ਬਣ ਜਾਏਗਾ ਪੰਜਾਬ ਦੇ ਵਿੱਚ। ਸੋ ਬਿਲਕੁਲ ਵੀ ਤੁਹਾਨੂੰ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਅੱਛੇ ਤਰੀਕੇ ਨਾਲ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਫਿਲਹਾਲ ਆਕਸੀਜਨ ਨੂੰ ਲੈ ਕੇ ਤੁਸੀਂ ਬਿਲਕੁਲ ਵੀ ਨਾ ਘਬਰਾਓ। ਕਿਤੇ ਵੀ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਜਿੱਥੇ ਰਿਕੁਆਇਰਮੈਂਟ ਹੁੰਦੀ ਹੈ ਆਕਸੀਜਨ ਦੀ ਤਾਂ ਨਾਲ ਦੀ ਨਾਲ ਉੱਥੇ ਆਕਸੀਜਨ ਪਹੁੰਚਾਈ ਜਾਵੇ। ਪੂਰੇ ਤਰੀਕੇ ਨਾਲ ਜੋ ਆਕਸੀਜਨ ਮੋਨੀਟਰਿੰਗ ਕਮੇਟੀ ਹੈ ਉਹਨਾਂ ਵੱਲੋਂ ਮੈਨੇਜ ਕੀਤਾ ਜਾ ਰਿਹਾ। 24 ਘੰਟੇ ਜੋ ਹੈ ਦੇਖਿਆ ਜਾ ਰਿਹਾ ਕਿ ਕਿੱਥੋਂ ਕਾਲ ਆ ਰਹੀ ਹੈ, ਕਿੱਥੋਂ ਮੈਸੇਜ ਆ ਰਿਹਾ ਤੇ ਤੁਰੰਤ ਉੱਥੇ ਆਕਸੀਜਨ ਪਹੁੰਚਾਈ ਜਾ ਰਹੀ ਹੈ। ਸੋ ਇਸੇ ਤਰੀਕੇ ਨਾਲ ਤੁਹਾਡੇ ਨਾਲ ਜੋ ਹੈ ਜਾਣਕਾਰੀ ਹਮੇਸ਼ਾ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਕਿ ਜਿੰਨੇ ਵੀ ਲੋਕ ਨੇ, ਕਿਉਂਕਿ ਲੋਕ ਕਰੋਨਾ ਕਰਕੇ ਘਰਾਂ ਵਿੱਚ ਵੀ ਕਈ ਬੈਠੇ ਨੇ, ਸੋ ਚਿੰਤਾ ਹੋ ਜਾਂਦੀ ਹੈ ਜਦੋਂ ਅਕਸਰ ਅਸੀਂ ਕੋਈ ਵਾਇਰਲ ਵੀਡੀਓਜ਼ ਵੇਖਦੇ ਹਾਂ ਤੇ ਮਨ ਵਿੱਚ ਖਿਆਲ ਆ ਜਾਂਦੇ ਨੇ ਤੇ ਮਨ ਵਿੱਚ ਡਰ ਭੈ ਵੀ ਆ ਜਾਂਦਾ ਹੈ। ਸੋ ਸਹੀ ਜਾਣਕਾਰੀ ਹਮੇਸ਼ਾ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਤੇ ਇਸੇ ਤਰੀਕੇ ਨਾਲ ਪਹੁੰਚਾਉਂਦੇ ਰਵਾਂਗੇ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।